ਨਾਵਲ ਬਲ ਦੇ ਦੀਵੇ ਭਾਗ ਤੀਸਰਾ। ਹੁਣ ਨਾ ਕਦੀ ਕਿਸੇ ਨੇ ਆਪਣੇ ਅਰਮਾਨ ਦੱਸੇ ਨੇ ਤੇ ਨਾ ਹੀ ਕੋਈ ਐਡਾ ਮਿਲਣ ਵਾਸਤੇ ਬੇਕਰਾਰ ਰਹਿੰਦਾ ਏ। ਜਦੋਂ ਉਹ ਆਪਣੇ ਘਰੋਂ ਵਿਦਾ ਹੋ ਕੇ ਚੱਲਿਆ ਸੀ ਤਾਂ ਉਹਨੇ ਆਪਣੀ ਮਾਂ ਦੇ ਨਾਲ ਪਿੱਛੇ ਖੜੀ ਹੋਈ ਕੁੜੀ ਨੂੰ ਵੀ ਵੇਖਿਆ। ਉਸ ਵੇਲੇ ਮਾਂ ਦੀਆਂ ਅੱਖਾਂ ਵਿੱਚੋਂ ਅਥਰੂ ਪਏ ਗਿਰਦੇ ਸਨ ਤੇ ਉਹ ਆਪਣੇ ਹੋਠਾਂ ਵਿੱਚ ਦੁਆਵਾਂ ਪੜ੍ਹ ਪੜ੍ਹ ਕੇ ਸਲੀਮ 'ਤੇ ਫੂਕਦੀ ਰਹੀ। ਉਸ ਵੇਲੇ ਉਸਨੇ ਪਹਿਲੀ ਵਾਰੀ ਸਦੀਕਾ ਦੀਆਂ ਅੱਖਾਂ ਵਿੱਚ ਵੇਖਿਆ, ਜਿਨ੍ਹਾਂ ਵਿੱਚੋਂ ਹੰਝੂਆਂ ਦੀਆਂ ਲੜੀਆਂ ਡਿੱਗਦੀਆਂ ਪਈਆਂ ਸਨ। ਉਹਨਾਂ ਅੱਖਾਂ ਵਿੱਚ ਦੁੱਖਾਂ ਦੀਆਂ ਲਹਿਰਾਂ ਵੀ ਸਨ ਤੇ ਕੁਝ ਸ਼ਿਕਾਇਤ ਵੀ ਸੀ, ਪਰ ਉਹਨਾਂ ਨੀਵੀਆਂ ਅੱਖਾਂ ਦੀ ਹਰ ਅਦਾ ਦੇ ਵਿੱਚ ਬੇਚਾਰਗੀ ਦਿਸਦੀ ਪਈ ਸੀ। ਉਸ ਵੇਲੇ ਵੀ ਸਲੀਮ ਨੇ ਆਪਣੇ ਦਿਲ ਵਿੱਚ ਇਹ ਕਿਹਾ ਸੀ, ਇੱਕ ਸਦੀਕਾ ਕੀ ਮੈਂ ਇੱਕ ਵਾਰੀ ਸਪੈਸ਼ਲਿਸਟ ਡਾਕਟਰ ਬਣ ਗਿਆ ਤਾਂ ਮੇਰੇ ਪੈਰਾਂ ਵਿੱਚ ਕਈ ਹਜ਼ਾਰ ਜਿਹੀਆਂ ਕੁੜੀਆਂ ਰੁਲਣਗੀਆਂ। ਸਲੀਮ ਇਹਨਾਂ ਖਿਆਲਾਂ ਵਿੱਚ ਆਪਣੇ ਬਿਸਤਰ 'ਤੇ ਲੇਟ ਗਿਆ ਤੇ ਉਸਨੇ ਮੰਜੀ ਕੋਲ ਪਈ ਹੋਈ ਮੇਜ਼ ਵਾਲੀ ਲੈਂਪ ਨੂੰ ਬਾਲ ਕੇ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ ਤੇ ਇਸ ਤਰ੍ਹਾਂ ਹੀ ਪੜ੍ਹਦਿਆਂ ਦੇਰ ਪਿੱਛੋਂ ਥੱਕ ਕੇ ਸੌਂ ਗਿਆ। ਦੂਜੇ ਦਿਨ 11 ਵਜੇ ਨਾਲ ਮੁਨਸ਼ੀ ਸਾਹਿਬ ਸਲੀਮ ਕੋਲ ਪੈਗਾਮ ਲੈ ਕੇ ਆਏ। ਜੇ ਚੌਧਰੀ ਸਾਹਿਬ ਉਹਨਾਂ ਨੂੰ ਅੰਦਰ ਜਨਾਖਾਨੇ ਵਿੱਚ ਬੁਲਾਉਂਦੇ ਪਏ ਨੇ। ਸਲੀਮ ਜਲਦੀ ਨਾਲ ਉੱਠ ਕੇ ਆਪਣੇ ਸਟੈਥੋਸਕੋਪ ਵਾਲਾ ਡੱਬਾ ਚੁੱਕ ਕੇ ਮੁਨਸ਼ੀ ਜੀ ਦੇ ਨਾਲ ਟੁਰ ਪਿਆ। ਜਦੋਂ ਉਹ ਘਰ ਦੇ ਅੰਦਰ ਵੱਡੇ ਸਾਰੇ ਦਰਵਾਜ਼ੇ ਕੋਲ ਪਹੁੰਚੇ ਤਾਂ ਮੁਨਸ਼ੀ ਜੀ ਉਸਨੂੰ ਕਹਿਣ ਲੱਗੇ, ਸਲੀਮ ਸਾਹਿਬ ਦੇ ਬੂਹੇ ਇਸ ਅੱਗੇ ਮੈਨੂੰ ਲੰਘਣ ਦੀ ਇਜਾਜ਼ਤ ਨਹੀਂ। ਤੁਸੀਂ ਸਿੱਧੇ ਜਾ ਕੇ ਅੰਦਰ ਖੱਬੇ ਹੱਥ ਵੱਲ ਮੁੜ ਜਾਣਾ। ਉੱਥੇ ਇੱਕ ਮਾਈ ਤੁਹਾਡਾ ਇੰਤਜ਼ਾਰ ਕਰਦੀ ਹੋਵੇਗੀ। ਤੁਸੀਂ ਉਸ ਦੇ ਨਾਲ ਅੰਦਰ ਚਲੇ ਜਾਣਾ। ਸਲੀਮ ਨੇ ਅੰਦਰ ਵੜ ਕੇ ਬੂਹਾ ਹੌਲੇ ਜਿਹੇ ਬੰਦ ਕਰ ਦਿੱਤਾ। ਅੱਗੇ ਵੱਡਾ ਸਾਰਾ ਵਰਾਂਡਾ ਤੇ ਦਲਾਨ ਸੀ। ਉਹ ਜਦੋਂ ਖੱਬੇ ਹੱਥ ਮੁੜਿਆ, ਉਸਨੂੰ ਇੱਕ ਸਵਾਇਨੀ ਦਿਸੀ, ਜਿਸ ਨੇ ਸਿਰ 'ਤੇ ਕਾਲੇ ਰੰਗ ਦਾ ਦੁਪੱਟਾ ਵਲਿਆ ਹੋਇਆ ਸੀ ਤੇ ਉਸਦੀਆਂ ਮੋਟੀਆਂ ਕਾਲੀਆਂ ਅੱਖਾਂ ਤੋਂ ਸਿਵਾ ਹੋਰ ਕੁਝ ਨਜ਼ਰ ਨਹੀਂ ਸੀ ਆਉਂਦਾ। ਉਸਨੇ ਚੁੱਪਚਾਪ ਸਲੀਮ ਨੂੰ ਆਪਣੇ ਨਾਲ ਲਿਆ ਤੇ ਥੋੜ੍ਹੇ ਕਦਮ ਚੱਲ ਕੇ ਇੱਕ ਕਮਰੇ ਦੇ ਦਰਵਾਜ਼ੇ ਕੋਲ ਅੰਦਰ ਦਾਖਲ ਹੋਈ ਤੇ ਸਲੀਮ ਨੂੰ ਵੀ ਅੰਦਰ ਆਉਣ ਦਾ ਇਸ਼ਾਰਾ ਕੀਤਾ। ਜਦੋਂ ਸਲੀਮ ਅੰਦਰ ਵੜਿਆ ਤੇ ਚੌਧਰੀ ਸਾਹਿਬ ਕੁਰਸੀ ਤੋਂ ਉੱਠ ਕੇ ਉਹਦੇ ਵੱਲ ਆਏ ਤੇ ਹੱਥ ਮਿਲਾਉਂਦਿਆਂ ਬੋਲੇ, ਆਓ ਡਾਕਟਰ ਸਲੀਮ, ਮੇਰੀ ਬੀਬੀ ਦਾ ਇਲਾਜ ਕਰੋ। ਇਹਨੂੰ ਤੁਹਾਡੀ ਪੂਰੀ ਤਵੱਜੋ ਦੀ ਜ਼ਰੂਰਤ ਹੈ। ਮੇਰੀ ਖੁਆਇਸ਼ ਹੈ ਜਿਹੜਾ ਬੱਚਾ ਹੋਣ ਵਾਲਾ ਏ ਉਹ ਬੜਾ ਸਿਹਤਮੰਦ ਤੇ ਤਾਕਤਵਰ ਹੋਵੇ। ਉਸ ਨੂੰ ਮੈਂ ਚੰਗੀ ਤੋਂ ਚੰਗੀ ਤਾਲੀਮ ਦਿਲਾਵਾਂ ਤੇ ਉਹ ਵੱਡਾ ਹੋ ਕੇ ਮੇਰੀ ਜਾਇਦਾਦ ਤੇ ਜ਼ਮੀਨਾਂ ਦਾ ਵਾਰਸ ਬਣੇਗਾ। ਖਾਨ ਸਾਹਿਬ ਨੇ ਇੱਕ ਜ਼ੋਰਦਾਰ ਕਹਿ ਲਗਾਇਆ ਤੇ ਫਿਰ ਸਲੀਮ ਨੂੰ ਆਪਣੀ ਬੀਵੀ ਦੇ ਬਿਸਤਰ ਕੋਲ ਲੈ ਗਏ। ਸਲੀਮ ਨੇ ਝੁਕ ਕੇ ਮਰੀਜ਼ਾਂ ਦੇ ਚਿਹਰੇ ਵੱਲ ਵੇਖਿਆ ਤੇ ਹੈਰਾਨ ਰਹਿ ਗਿਆ। ਚੌਧਰੀ ਸਾਹਿਬ ਦੀ ਬੀਵੀ ਦੀ ਉਮਰ ਮੁਸ਼ਕਲ ਨਾਲ 20-21 ਸਾਲਾਂ ਦੀ ਸੀ। ਉਹਦਾ ਮੁਖੜਾ ਬੜਾ ਨਾਜ਼ੁਕ ਸੀ। ਪਤਲੇ ਨਕਸ਼, ਕਾਲੀਆਂ ਸਵਾ ਅੱਖਾਂ ਜਿਹੜੀਆਂ ਬੜੀਆਂ ਉਦਾਸੀ ਨਾਲ ਭਰੀਆਂ ਹੋਈਆਂ ਸਨ। ਉਹਦੇ ਨੱਕ ਵਿੱਚ ਸੋਨੇ ਦੀ ਤਿੱਲੀ ਲਿਸ਼ਕਾਰਾ ਮਾਰਦੀ ਪਈ ਸੀ ਤੇ ਉਹਦੇ ਕੰਨ ਵਿੱਚ ਬਹੁਤ ਛੋਟੀਆਂ ਸੋਨੇ ਦੀਆਂ ਵਾਲੀਆਂ ਲਟਕ ਰਹੀਆਂ ਸਨ, ਜਿਨ੍ਹਾਂ ਦੇ ਵਜਨ ਨਾਲ ਕੰਨਾਂ ਦੇ ਉਤਲੇ ਹਿੱਸੇ ਦੂਰੇ ਹੋ ਗਏ ਸਨ। ਉਸ ਵੇਲੇ ਉਹਦੀਆਂ ਅੱਖਾਂ ਵਿੱਚੋਂ ਹਿਆ ਤੇ ਕੁਝ ਡਰ ਝਾਤੀਆਂ ਮਾਰਦਾ ਪਿਆ ਸੀ। ਉਸਨੇ ਡਾਕਟਰ ਸਲੀਮ ਵੱਲ ਬਿਲਕੁਲ ਨਜ਼ਰ ਚੁੱਕ ਕੇ ਵੀ ਨਹੀਂ ਵੇਖਿਆ। ਚੌਧਰੀ ਸਾਹਿਬ ਨੇ ਮਰੀਜ਼ਾਂ ਵੱਲ ਝੁੱਕ ਕੇ ਕਿਹਾ, ਜਰੀਨਾ ਵੇਖ, ਤੇਰੇ ਵਾਸਤੇ ਕਿੰਨੇ ਚੰਗੇ ਡਾਕਟਰ ਦਾ ਇੰਤਜ਼ਾਮ ਕੀਤਾ ਏ। ਇਹ ਵਿਲਾਇਤ ਪਾਸ ਨੇ ਨਲੇ ਬੜੇ ਲਾਇਕ। ਫਿਰ ਉਹ ਸਲੀਮ ਵੱਲ ਮੁੜ ਕੇ ਬੋਲੇ, ਡਾਕਟਰ ਸਾਹਿਬ, ਤੁਹਾਨੂੰ ਜਿਸ ਕਿਸੇ ਦੀ ਚੀਜ਼ ਹੋਵੇ, ਦਵਾਈਆਂ ਜਾਂ ਜ਼ਰੂਰੀ ਸਮਾਨ ਜਾਂ ਕਿਸੇ ਨੌਕਰ ਦੀ ਮਦਦ ਦੀ, ਤਾਂ ਤੁਸੀਂ ਮੁਨਸ਼ੀ ਜੀ ਨੂੰ ਆਖ ਦਿਓ।
ਉਹ ਉਸੇ ਵੇਲੇ ਤੁਹਾਡੇ ਵਾਸਤੇ ਇਹ ਚੀਜ਼ਾਂ ਦਾ ਪ੍ਰਬੰਧ ਕਰ ਦੇਣਗੇ। ਬਸ ਇੱਕ ਵਾਰੀ ਹੁਕਮ ਕਰਨ ਦੀ ਦੇਰ ਹੈ। ਤੁਹਾਡੇ ਹੁਕਮ ਦੀ ਤਾਲੀਮ ਕਰਨਾ ਇਹਨਾਂ ਦਾ ਫਰਜ਼ ਹੋਵੇਗਾ। ਸਲੀਮ ਨੇ ਸ਼ੁਕਰੀਆ ਕਹਿ ਕੇ ਆਪਣੀ ਕੁਰਸੀ ਮਰੀਜ਼ਾਂ ਕੋਲ ਖਿੱਚੀ ਤੇ ਉਹਦੇ ਉੱਤੇ ਬਹਿ ਗਿਆ। ਮਰੀਜ਼ ਦੀ ਘਬਰਾਹਟ ਵੇਖ ਕੇ ਉਹਦੇ ਦਿਲ ਵਿੱਚ ਫੈਸਲਾ ਕਰ ਲਿਆ ਕਿ ਪਹਿਲੇ ਹੀ ਦਿਨ ਉਹ ਬਹੁਤੇ ਸਵਾਲ ਨਹੀਂ ਕਰੇਗਾ। ਉਹਨੇ ਮਰੀਜ਼ਾਂ ਦੀ ਨਬਜ਼ ਵੇਖੀ। ਅੱਜ ਉਹਨੇ ਟੂਟੀਆਂ ਲਾ ਕੇ ਨਹੀਂ ਵੇਖਿਆ, ਪਰ ਅੱਖਾਂ ਦੇ ਚਿੱਟੇ ਹਿੱਸੇ ਵਿੱਚ ਵੇਖਿਆ ਤਾਂ ਉਹਨੂੰ ਪਤਾ ਲੱਗ ਗਿਆ ਸੀ ਕਿ ਮਰੀਜ਼ ਵਿੱਚ ਖੂਨ ਦੀ ਕਮੀ ਬਹੁਤ ਜ਼ਿਆਦਾ ਹੈ। ਇਸ ਹਾਲਤ ਵਿੱਚ ਇੰਨੀ ਕਮਜ਼ੋਰੀ ਦਾ ਹੋਣਾ ਕਈ ਵਾਰੀ ਬੜਾ ਖਤਰਨਾਕ ਹੁੰਦਾ ਹੈ। ਸਲੀਮ ਨੇ ਹੌਲੀ ਜਿਹੀ ਪੁੱਛਿਆ, ਤੁਹਾਨੂੰ ਕੋਈ ਤਕਲੀਫ ਹੈ? ਪਹਿਲਾਂ ਉਹ ਥੋੜ੍ਹਾ ਜਿਹਾ ਚਿਰ ਖਾਮੋਸ਼ ਰਹੀ। ਫਿਰ ਜਰੀਨਾ ਨੇ ਬੜੀ ਮੱਧਮ ਆਵਾਜ਼ ਵਿੱਚ ਕਿਹਾ, ਮੈਂ ਜਦੋਂ ਵੀ ਮੰਜੇ ਤੋਂ ਉੱਠਣ ਲੱਗਦੀ ਹਾਂ, ਮੇਰੇ ਵਿੱਚ ਉੱਠਣ ਦੀ ਹਿੰਮਤ ਨਹੀਂ ਹੁੰਦੀ। ਜਦੋਂ ਉੱਠ ਕੇ ਚੱਲਾਂ ਫਿਰਾਂ ਤਾਂ ਕਲੇਜਾ ਡੋਲ ਜਾਂਦਾ ਹੈ ਤੇ ਆਪਣੇ ਜਿਸਮ ਦਾ ਭਾਰ ਚੁੱਕਣਾ ਔਖਾ ਜਾਪਦਾ ਹੈ। ਤੁਹਾਨੂੰ ਇਹ ਤਕਲੀਫ ਕਿੰਨੇ ਚਿਰ ਤੋਂ ਹੋਈ ਹੈ? ਕੋਈ ਪਿਛਲੇ 6 ਮਹੀਨਿਆਂ ਤੋਂ। ਤੁਸੀਂ ਆਪਣੀਆਂ ਬੱਚੀਆਂ ਨਾਲ ਇੱਧਰ ਉੱਧਰ ਸੈਰ ਕਰੋ ਤੇ ਨਾਲੇ ਕੋਈ ਇਹੋ ਜਿਹਾ ਕੰਮ ਸ਼ੁਰੂ ਕਰ ਲਓ ਜਿਸ ਵਿੱਚ ਤੁਹਾਡਾ ਦਿਲ ਲੱਗਾ ਰਹੇ। ਇੰਨੇ ਥੋੜ੍ਹੇ ਜਿਹੇ ਸਵਾਲ ਸੁਣ ਕੇ ਹੀ ਸਲੀਮ ਨੂੰ ਚੰਗੀ ਤਰ੍ਹਾਂ ਮਰੀਜ਼ਾਂ ਦੀ ਬਿਮਾਰੀ ਦਾ ਪਤਾ ਲੱਗ ਗਿਆ। ਜਿਸ ਗੱਲ ਦਾ ਸਲੀਮ 'ਤੇ ਬਹੁਤ ਅਸਰ ਹੋਇਆ ਸੀ, ਉਸ ਨਾਜ਼ੁਕ ਜਿਹੀ ਕੁੜੀ ਦੇ ਮੂੰਹ 'ਤੇ ਗਮ ਦੀਆਂ ਘਟਾਵਾਂ ਸਨ। ਇੰਜ ਜਾਪਦਾ ਸੀ ਜਿਸ ਤਰ੍ਹਾਂ ਉਹਨੂੰ ਆਪਣੇ ਮੁਸਤਕਬਲ ਦੇ ਬਾਰੇ ਕੜੀ ਉਮੀਦ ਨਹੀਂ ਸੀ ਤੇ ਨਾ ਹੀ ਉਸ ਨੂੰ ਇਸ ਦੁਨੀਆ ਦੀ ਜ਼ਿੰਦਗੀ ਵਿੱਚ ਕੋਈ ਦਿਲਚਸਪੀ ਸੀ। ਸਲੀਮ ਉਹਦੇ ਕੋਲੋਂ ਬੜਾ ਕੁਝ ਪੁੱਛਣਾ ਚਾਹੁੰਦਾ ਸੀ, ਪਰ ਉਹ ਪੁੱਛ ਨਾ ਸਕਿਆ। ਜੋ ਚੌਧਰੀ ਸਾਹਿਬ ਕੋਲ ਹੀ ਖਲੋ ਕੇ ਉਹਦੀ ਹਰ ਹਰਕਤ ਨੂੰ ਵੇਖਦੇ ਪਏ ਸਨ। ਸਲੀਮ ਨੇ ਜ਼ਿਆਦਾ ਦੇਰ ਠਹਿਰਨਾ ਠੀਕ ਨਾ ਸਮਝਿਆ ਤੇ ਸਲਾਮ ਕਰਕੇ ਵਾਪਸ ਮੁੜ ਕੇ ਕਮਰੇ ਤੋਂ ਬਾਹਰ ਨਿਕਲ ਆਇਆ। ਚੌਧਰੀ ਸਾਹਿਬ ਵੀ ਉਹਦੇ ਨਾਲ ਦਰਵਾਜ਼ੇ ਤੱਕ ਆਏ ਤੇ ਸਲੀਮ ਨੇ ਉਹਨਾਂ ਨੂੰ ਕਿਹਾ, ਜਨਾਬ ਬੇਗਮ ਸਾਹਿਬਾਂ ਨੂੰ ਖੂਨ ਦੀ ਜ਼ਰੂਰਤ ਪਵੇਗੀ। ਇਸ ਵਾਸਤੇ ਸ਼ਹਿਰ ਦੇ ਹਸਪਤਾਲ ਤੋਂ ਖੂਨ ਦੀਆਂ 2 ਬੋਤਲਾਂ ਤੇ ਗਲੂਕੋਜ਼ ਮੰਗਾਉਣ ਦਾ ਪੂਰਾ ਇੰਤਜ਼ਾਮ ਕਰ ਛੱਡਣਾ ਏ। ਨਾਲੇ ਖੂਨ ਦੇਣ ਵਾਲੀ ਮਸ਼ੀਨ ਦੀ ਵੀ ਜ਼ਰੂਰਤ ਪਵੇਗੀ। ਜ਼ਰੂਰਤ ਵੇਲੇ ਇਹ ਚੀਜ਼ਾਂ ਵੀ ਤਿਆਰ ਮਿਲ ਜਾਣੀਆਂ ਚਾਹੀਦੀਆਂ ਹਨ। ਚੌਧਰੀ ਸਾਹਿਬ ਨੇ ਫਿਰ ਇੱਕ ਵਾਰੀ ਸਲੀਮ ਨੂੰ ਦੱਸਿਆ ਕਿ ਮੁਨਸ਼ੀ ਜੀ ਨੂੰ ਇਸ ਕੰਮ ਦੀ ਸਾਰੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਤੇ ਉਹ ਜ਼ਰੂਰ ਸਾਰਾ ਇੰਤਜ਼ਾਮ ਕਰ ਦੇਣਗੇ। ਸਲੀਮ ਨੇ ਜਾਂਦਿਆਂ ਇੱਕ ਗੱਲ ਹੋਰ ਕਹੀ, ਚੌਧਰੀ ਸਾਹਿਬ ਤੁਹਾਡੀ ਇਜਾਜ਼ਤ ਹੋਵੇ ਤਾਂ ਬੇਗਮ ਸਾਹਿਬਾਂ ਨੂੰ ਰੋਜ਼ ਥੋੜ੍ਹੀ ਸੈਰ ਕਰਵਾਈ ਜਾਵੇ। ਬਿਸਤਰੇ 'ਤੇ ਲੇਟੇ ਰਹਿਣਾ ਇਹਨਾਂ ਦੀ ਬਿਮਾਰੀ ਹੋਰ ਵੱਧ ਜਾਵੇਗੀ। ਚੌਧਰੀ ਸਾਹਿਬ ਬੜੀ ਦੇਰ ਤੱਕ ਚੁੱਪ ਖੜੇ ਰਹੇ ਤੇ ਫਿਰ ਸਲੀਮ ਵੱਲ ਮੁੜ ਕੇ ਹੌਲੀ ਜਿਹੀ ਕਹਿਣ ਲੱਗੇ, ਜੇ ਤੁਸੀਂ ਜ਼ਰੂਰੀ ਸੈਰ ਕਰਵਾਉਣੀ ਹੈ ਤੇ ਜਰੀਨਾ ਜਨਾਨ ਖਾਨੇ ਤੇ ਅੰਦਰ ਹੀ ਕਰੇ। ਸਾਡੇ ਖਾਨਦਾਨ ਦੀਆਂ ਸੁਆਣੀਆਂ ਬੜੀ ਸਖਤੀ ਨਾਲ ਪਰਦਾ ਕਰਦੀਆਂ ਨੇ। ਥੋੜ੍ਹੀ ਦੇਰ ਤਾਂ ਰੁਕ ਕੇ ਉਹਨਾਂ ਨੇ ਕਿਹਾ, ਮੈਂ ਜਰੀਨਾ ਦੀ ਦੇਖਭਾਲ ਵਿੱਚ ਨਹੀਂ ਰਹਿਣਾ, ਨਾਲੇ ਮੈਨੂੰ ਹਰ ਦੂਜੇ ਦਿਨ ਸ਼ਹਿਰ ਜਾਣਾ ਪੈਂਦਾ ਹੈ। ਹੁਣ ਤੁਸੀਂ ਜਰੀਨਾ ਦਾ ਮੁਆਇਨਾ ਵੀ ਕਰਦੇ ਰਹਿਣਾ ਤੇ ਦੇਖਭਾਲ ਵੀ। ਸਾਹਿਬਾਂ ਹਰ ਵੇਲੇ ਦੇਖੋ ਹਾਜ਼ਰ ਰਹਿੰਦੀ ਹੈ, ਨਾਲੇ ਮੁਨਸ਼ੀ ਖੈਰਦੀਨ ਵੀ ਖਿਆਲ ਰੱਖਦੀ ਹੈ। ਇੰਨਾ ਕਹਿ ਕੇ ਉਹ ਆਪਣੇ ਕਮਰੇ ਵੱਲ ਚਲੇ ਗਏ ਤੇ ਸਲੀਮ ਦਾ ਦਿਲ ਆਪਣੇ ਕਮਰੇ ਵਿੱਚ ਜਾਣ ਵਾਸਤੇ ਨਾ ਕੀਤਾ। ਉਹਦੇ ਦਿਮਾਗ ਵਿੱਚ ਕਈ ਕਿਸਮ ਦੀਆਂ ਸੋਚਾਂ ਉੱਠਦੀਆਂ ਪਈਆਂ ਸਨ ਤੇ ਉਹਨਾਂ ਨੂੰ ਉਸ ਨਾਜ਼ੁਕ ਦੁਬਲੀ ਪਤਲੀ ਕੁੜੀ ਦਾ ਖਿਆਲ ਆਉਂਦਾ ਰਿਹਾ, ਜਿਸ ਦੀਆਂ ਅੱਖਾਂ ਵਿੱਚ ਸਾਰੇ ਜ਼ਮਾਨਾ ਭਰ ਦੇ ਦੁੱਖ ਭਰੇ ਹੋਏ ਸਨ, ਜਿਨ੍ਹਾਂ ਦੇ ਵਿੱਚੋਂ ਉਹਦੇ ਘੁੱਟੇ ਹੋਏ ਅਰਮਾਨ ਝਾਤੀਆਂ ਮਾਰਦੇ ਹੋਏ ਸਨ। ਸਲੀਮ ਸੋਚ ਰਿਹਾ ਸੀ, 21 ਸਾਲ ਦੀ ਕੁੜੀ 50-55 ਵਰ੍ਹਿਆਂ ਦਾ ਬੁੱਢਾ ਜਿਹੜਾ ਉਹਦੇ ਪਿਓ ਤੋਂ ਵੀ ਵੱਡਾ ਜਾਪਦਾ ਸੀ, ਇਹ ਸਾਡੇ ਮੁਲਕ ਦਾ ਕੀ ਰਿਵਾਜ ਹੈ? ਜਦੋਂ ਵਿਆਹ ਹੋਇਆ ਹੋਣਾ ਸੀ ਤਾਂ ਉਸ ਵੇਲੇ ਇਸ ਕੁੜੀ ਦੀ ਉਮਰ ਇਸ ਤੋਂ ਵੀ ਘੱਟ ਹੋਣੀ ਹੈ। ਉਹ 2 ਕੁੜੀਆਂ ਦੀ ਮਾਂ ਵੀ ਬਣ ਚੁੱਕੀ ਹੈ ਤੇ ਹੁਣ ਜ਼ਿੰਦਗੀ ਤੇ ਮੌਤ ਦੇ ਸੰਗਮ ਤੇ ਖੜੀ ਹੋਈ ਹੈ। ਇਸ ਆਸ ਤੇ ਜਿਉਂਦੀ ਪਈ ਹੈ ਜੇ ਉਹ ਚੌਧਰੀ ਸਾਹਿਬ ਦੀ ਜਾਇਦਾਦ ਵਾਸਤੇ ਇੱਕ ਵਾਰਿਸ਼ ਪੈਦਾ ਕਰ ਸਕੇ। ਸਲੀਮ ਡੂੰਘੀਆਂ ਸੋਚਾਂ ਵਿੱਚ ਟੁਰੀ ਜਾਂਦਾ ਸੀ। ਉਸ ਵੇਲੇ ਆਸਮਾਨ ਬਿਲਕੁਲ ਸਾਫ਼ ਸੀ।
ਹਰ ਪਾਸੇ ਪੀਲੀ ਪੀਲੀ ਧੁੱਪ ਚਮਕਦੀ ਪਈ ਸੀ। ਸਲੀਮ ਨੂੰ ਕਿਸੇ ਨੂੰ ਆਵਾਜ਼ ਦਿੱਤੀ ਤੇ ਉਸਨੇ ਮੁੜ ਕੇ ਵੇਖਿਆ। ਬਾਬਾ ਮਿਰਾਜ਼ਦੀਨ ਲੱਕੜਾਂ ਦਾ ਗੱਠੜ ਚੁੱਕੀ ਉਹਦੇ ਵੱਲ ਆਉਂਦਾ ਪਿਆ ਸੀ। ਉਹਨੇ ਕਿਹਾ, ਕੀ ਹਾਲ ਹੈ ਡਾਕਦਾਰ ਸਾਹਿਬ ਜੀ? ਤੁਹਾਨੂੰ ਸਾਡਾ ਪਿੰਡ ਕਿਹੋ ਜਿਹਾ ਲੱਗਾ ਏ? ਇਹ ਛੋਟੀ ਜਿਹੀ ਥਾਂ ਤੇ ਇਸ ਦੋ ਕੱਚੇ ਮਕਾਨ ਤੇ ਗੰਦੇ ਪਾਣੀ ਦੇ ਛੱਪੜ, ਦਾਣਾ ਦੁਣਕਾ ਚੁਗਦੀਆਂ ਹੋਈਆਂ ਕੁਕੜੀਆਂ ਤੇ ਗੁੱਡੀਆਂ ਉਡਾਉਣ ਵਾਲੇ ਨੰਗੇ ਪੈਰ ਖੇਡਣ ਵਾਲੇ ਬੱਚੇ, ਤੁਹਾਨੂੰ ਇਹ ਕਿੱਥੇ ਚੰਗੇ ਜਾਪਦੇ ਹੋਣਗੇ? ਪਰ ਸਾਨੂੰ ਇਹ ਅਜਾਤੀ ਤੋਂ ਪਿਆਰੀਆਂ ਤੇ ਮਿੱਠੀਆਂ ਚੀਜ਼ਾਂ ਲੱਗਦੀਆਂ ਨੇ। ਇਹ ਖੇਤ ਤੇ ਇਹਨਾਂ ਦੀਆਂ ਹਰੀਆਂ ਹਰੀਆਂ ਫਸਲਾਂ, ਇੱਥੇ ਹੀ ਸਾਡੇ ਦਾਦੇ ਪੜਦਾਦੇ ਕੰਮ ਕਰਦੇ ਰਹੇ ਤੇ ਇਸ ਮਿੱਟੀ ਵਿੱਚ ਦਫਨ ਹੋਏ। ਅੱਜ ਅਸੀਂ ਧਰਤੀ ਦੀ ਖਿਦਮਤ ਕਰਦੇ ਪਏ ਹਾਂ। ਜਦੋਂ ਸਾਡਾ ਵੇਲਾ ਲੰਘ ਜਾਵੇਗਾ ਤਾਂ ਸਾਡੇ ਬੱਚੇ ਵੀ ਇਹ ਕੰਮ ਸੰਭਾਲ ਲੈਣਗੇ। ਡਾਕਦਾਰ ਜੀ, ਇਸ ਪਿੰਡ ਦੀ ਧਰਤੀ ਦੀ ਮਿੱਟੀ ਸਾਡੇ ਕਰੋੜਾਂ ਲੋਕਾਂ ਦੇ ਮੁੜਕੇ ਨਾਲ ਭਿੱਜੀ ਹੋਈ ਹੈ। ਇਹ ਧਰਤੀ ਸਦੀਆਂ ਤੋਂ ਇੰਝ ਹੀ ਹੈ ਤੇ ਹੋਰ ਕਈ ਸਦੀਆਂ ਇਹਨੇ ਇਸੇ ਤਰ੍ਹਾਂ ਹੀ ਰਹਿਣਾ ਏ। ਡਾਕਦਾਰ ਜੀ, ਤੁਹਾਨੂੰ ਇਹਦੀ ਖੁਸ਼ਬੂ ਆਉਂਦੀ ਪਈ ਏ। ਜਰਾ ਇਹਨੂੰ ਸੁੰਘ ਕੇ ਤਾਂ ਵੇਖੋ। ਮਿੱਟੀ ਦੇ ਹਰ ਜਰੇ ਵਿੱਚੋਂ, ਹਰ ਦਰਖਤ, ਹਰ ਸਾਂਖ ਵਿੱਚੋਂ ਤੇ ਫਸਲਾਂ ਦੇ ਹਰ ਦਾਣੇ ਪੱਤੇ ਵਿੱਚੋਂ ਜਿਹੜੀ ਖੁਸ਼ਬੂ ਆਉਂਦੀ ਹੈ, ਇਹ ਸਾਨੂੰ ਇਸ ਦੁਨੀਆ ਵਿੱਚ ਜੀਵਨ ਦਾ ਸੁਨੇਹਾ ਦਿੰਦੀ ਹੈ। ਸਲੀਮ ਦਾ ਦਿਮਾਗ ਸਾਰਾ ਵੇਲੇ ਚੀਕਦਾ ਰਿਹਾ, ਪਰ ਇਹ ਧਰਤੀ ਤੇ ਚੌਧਰੀ ਦੀ ਏ। ਤੁਹਾਨੂੰ ਕਾਸ਼ਤਕਾਰਾਂ ਨੂੰ ਇੱਥੋਂ ਕੀ ਲੱਭਦਾ ਏ? ਸਲੀਮ ਬੜਾ ਮਗਨ ਹੋ ਕੇ ਉਹਦੀਆਂ ਗੱਲਾਂ ਸੁਣ ਰਿਹਾ ਸੀ। ਉਸਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਇਹ ਆਦਮੀ ਵੇਖਣ ਵਿੱਚ ਇੱਕ ਜੱਟ ਗਵਾਰ ਦਿਸਦਾ ਸੀ, ਪਰ ਗੱਲਾਂ ਕਿਤਨੀਆਂ ਪਤੇ ਦੀਆਂ ਕਰਦਾ ਸੀ। ਗੱਲਾਂ ਕਰਦੇ ਕਰਦੇ ਸਲੀਮ ਤੇ ਮਿਰਾਜ਼ਦੀਨ ਵੱਡੀ ਹਵੇਲੀ ਦੇ ਕੋਲ ਪਹੁੰਚ ਗਏ ਤੇ ਮਿਰਾਜ਼ਦੀਨ ਸਲਾਮ ਕਰਕੇ ਚਲਾ ਗਿਆ। ਸਲੀਮ ਬੜੀ ਦੇਰ ਤੱਕ ਆਪਣੇ ਕਮਰੇ ਵਿੱਚ ਬਿਸਤਰ ਤੇ ਲੇਟ ਕੇ ਇਸ ਪਿੰਡ ਦੇ ਲੋਕਾਂ ਦੀਆਂ ਤੇ ਚੌਧਰੀ ਸਾਹਿਬ ਤੇ ਉਹਨਾਂ ਦੀਆਂ ਤੀਸਰੀ ਬੀਵੀ ਦੀਆਂ ਸੋਚਾਂ ਸੋਚਦਾ ਰਿਹਾ। ਉਹਦੇ ਦਿਲ ਵਿੱਚ ਖਿਆਲ ਆਇਆ, ਪਤਾ ਨਹੀਂ ਕੀ ਹੋਵੇਗਾ ਜੇ ਉਹਨਾਂ ਦੀ ਆਸ ਪੂਰੀ ਹੋ ਗਈ ਤਾਂ, ਤੇ ਇੱਕ ਲੜਕਾ ਪੈਦਾ ਹੋਵੇਗਾ ਜਿਹਦੀ ਕਿਸਮਤ ਵਿੱਚ ਜ਼ਮਾਨੇ ਭਰ ਦੀਆਂ ਖੁਸ਼ੀਆਂ ਤੇ ਇੰਨੀ ਜਾਇਦਾਦ ਤੇ ਮੁਰੱਬੇ ਹੋਣਗੇ। ਪਰ ਜੇ ਉਹਨਾਂ ਦੀ ਗੱਲ ਪੂਰੀ ਨਾ ਹੋ ਸਕੀ ਤਾਂ ਜਰੀਨਾ ਤੇ ਕੀ ਬੀਤੇਗੀ? ਉਹ ਇੰਨੀ ਕਮਜ਼ੋਰ ਤੇ ਸਦਮੇ ਨਾਲ ਹੀ ਮਰ ਜਾਵੇਗੀ ਤੇ ਚੌਧਰੀ ਸਾਹਿਬ ਥੋੜ੍ਹਾ ਇੰਤਜ਼ਾਰ ਕਰਕੇ ਇੱਕ ਹੋਰ ਸ਼ਾਦੀ ਕਰ ਲੈਣਗੇ। ਜਾਇਦਾਦ ਦਾ ਵਾਰਸ ਜੋ ਪੈਦਾ ਕਰਨਾ ਸੀ। ਥੋੜ੍ਹੀ ਦੇਰ ਪਿੱਛੋਂ ਸਲੀਮ ਉੱਠ ਕੇ ਆਪਣੇ ਦੋਸਤ ਨੂੰ ਖਤ ਲਿਖਣ ਲੱਗਾ। डियर शाहिद, आज मैंने अपनी मिर्जा को देखा और उसी वक्त मैं हैरत में हूँ। मैं कभी ख्याल भी नहीं कर सकता था कि इन दूर दराज मुकामात पर हर तरफ फैले हुए सन्नाटे में कुदरत के शाहकार आद भी पाए जाते हैं। शी इज़ ए रेगुलर ब्यूटी। भला ऐसा क्यों है? जरा उसका हुस्न बिल्कुल जाया हो रहा है। एक हीरा जब तक अपनी खान के अंदर रहता है उसकी कोई कदर नहीं होती। हीरे की कदर तो जोहारी की दुकान या बादशाहों या नवाबों के महलों में ही हो सकती है। मैंने मिर्जा का नाम जरीना है। मेरी मिर्जा का नाम जरीना है। 21-22 वर्ष की नर्म वह नाजुक हसीन आँखों वाली लड़की, सुनहरी से मासूम सी लड़की, जिसे किसी शहजादे के महल में मालिका बनना चाहिए, वो एक अधेड़ उम्र के जमींदार की तीसरी बीवी बनकर जिंदगी और मौत की कश्मकश में गिरफ्तार है। तुम बहुत जाहिर करते हो तुम्हें अपने वतन से मोहब्बत है। क्या ऐसे वतन के लिए भी जज्बा मोहब्बत पैदा हो सकता है जहाँ इस कदर बेइंसाफ़ी का दौर है? बहरहाल ज़्यादातर वो रहता हूँ जहाँ की ज़िंदगी में सदियों का पुराना जमूद और उस तहाऊ के नीचे जिंदगी दबी हुई सिसकियाँ ले रही है। तुमने ही मुझे जहाँ ज़बरदस्ती भेजा है। हर वक्त
तुम्हें कोसता रहता हूँ। मैंने समझा था कि पाकिस्तान में डॉक्टरों की बड़ी ज़रूरत है। मैं वहाँ जाऊँगा तो वहाँ बड़ी कदर होगी। शुक्र है मैंने अभी अमेरिका की नौकरी से इस्तीफ़ा नहीं दिया। इस केस से फायरिंग होते ही मैं वहाँ चला जाऊँगा। हाँ, अलबत्ता मेरी मरीजा फ़िलहाल एक पहेली है। इस पहेली को हल करने में मेरी दिलचस्पी कायम रहेगी। ना जाने इसको अपने मियाँ से मोहब्बत भी है या नहीं। तुम्हारे जवाब का बड़ी बेसब्री से इंतज़ार कर रहा हूँ। फ़क़्त तुम्हारा दोस्त सलीम। धन्यवाद।